ਡੀਅਰ ਸਟੂਡੈਂਟ, ਅਸੀਂ ਜਿਹੜਾ ਗੱਲ ਕਰ ਰਹੇ ਸੀਗੇ ਪਾਥ ਡਿਫਰੈਂਸ ਤੇ ਫੇਜ਼ ਡਿਫਰੈਂਸ ਦੇ ਵਿੱਚ, ਤੇ ਲਾਸਟ ਲੈਕਚਰ ਦੇ ਵਿੱਚ ਅਸੀਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈ ਇੱਕ ਰਿਲੇਸ਼ਨ ਜਿਹੜਾ ਆਪਾਂ ਡਿਰਾਈਵ ਕੀਤਾ ਸੀ, ਤੇ ਉਹ ਰਿਲੇਸ਼ਨ ਮੈਂ ਤੁਹਾਨੂੰ ਦੁਬਾਰਾ ਇੱਥੇ ਸਾਈਡ ਤੇ ਲਿਖ ਦੇਣਾ ਕਿ x ਮਤਲਬ ਪਾਥ ਡਿਫਰੈਂਸ, ਇਹਦਾ ਜਿਹੜਾ ਫਾਰਮੂਲਾ ਕੀ ਆਂਦਾ ਹੈ ਲੈਮਡਾ divided by 2 pi multiply by phase difference। ਇਹ ਫਾਰਮੂਲਾ ਅਸੀਂ ਲਾਸਟ ਲੈਕਚਰ ਦੇ ਵਿੱਚ ਜਿਹੜਾ ਆਪਾਂ ਡਿਸਕਸ ਕੀਤਾ ਐਂਡ ਦਿਸ ਇਜ਼ ਦਾ ਵੈਰੀ ਇੰਪੋਰਟੈਂਟ ਫਾਰਮੂਲਾ ਜੇ ਤੁਸੀਂ ਅੱਜ ਦੇ ਟੌਪਿਕ ਨੂੰ ਜਿਹੜਾ ਆਪਾਂ ਫਰਦਰ ਡਿਸਕਸ ਕਰਨਾ ਹੈ। ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਕੰਡੀਸ਼ਨਸ ਅਸੀਂ ਡਰਾਈਵ ਕਰਨੀ ਹੈ ਕਿ ਜੇ ਕੰਸਟਰਕਟਿਵ ਇੰਟਰਫੇਰੈਂਸ ਹੁੰਦੀ ਹੈ ਜਾਂ ਡਿਸਟਰਕਟਿਵ ਇੰਟਰਫੇਰੈਂਸ ਹੁੰਦੀ ਹੈ ਤੇ ਉਹਦੀਆਂ ਕੰਡੀਸ਼ਨਸ ਕੀ ਹੋਣਗੀਆਂ, ਕਦੋਂ ਕੰਸਟਰਕਟਿਵ ਇੰਟਰਫੇਰੈਂਸ ਹੋਏਗੀ ਤੇ ਕਦੋਂ ਜਿਹੜਾ ਹੈ ਡਿਸਟਰਕਟਿਵ ਇੰਟਰਫੇਰੈਂਸ ਹੋਏਗੀ। ਕੰਸਟਰਕਟਿਵ ਇੰਟਰਫੇਰੈਂਸ ਦੇ ਵਿੱਚ ਸਾਡੇ ਜਿਹੜਾ ਐਂਪਲੀਟਿਊਡ ਹੈ ਉਹ ਇਨਕਰੀਜ਼ ਹੋ ਜਾਂਦਾ ਹੈ, ਇੰਟਰਫੇਰੈਂਸ ਤੋਂ ਬਾਅਦ ਇੰਟੈਂਸਿਟੀ ਵੀ ਇਨਕਰੀਜ਼ ਹੋ ਜਾਂਦੀ ਹੈ ਲਾਈਟ ਦੀ, ਤੇ ਡਿਸਟਰਕਟਿਵ ਇੰਟਰਫੇਰੈਂਸ ਦੇ ਵਿੱਚ ਐਂਪਲੀਟਿਊਡ ਐਸ ਵੈਲ ਐਸ ਜਿਹੜਾ ਸਾਡੀ ਇੰਟੈਂਸਿਟੀ ਹੈ ਇਹ ਦੋਨੋਂ ਡਿਕਰੀਜ਼ ਹੋ ਜਾਂਦੇ ਨੇ ਜੇ ਅਸੀਂ ਡਿਸਟਰਕਟਿਵ ਇੰਟਰਫੇਰੈਂਸ ਦੀ ਗੱਲ ਕਰੀਏ। ਨਾਓ ਇਹਨਾਂ ਦੀਆਂ ਕੰਡੀਸ਼ਨਸ ਅਸੀਂ ਡਰਾਈਵ ਕਰਨ ਲੱਗੇ ਹਾਂ ਤੇ ਅਸੀਂ ਦੋ ਮੈਥਡ ਦੇ ਅਕੋਰਡਿੰਗ ਇਹਨਾਂ ਨੂੰ ਸ਼ੋ ਕਰਾਂਗੇ। ਇੱਕ ਅਸੀਂ ਪਾਥ ਡਿਫਰੈਂਸ ਦੇ ਅਕੋਰਡਿੰਗ ਕੀ ਕੰਡੀਸ਼ਨ ਆਏਗੀ ਤੇ ਇੱਕ ਸਾਡੀ ਜਿਹੜੀ ਹੈ ਫੇਜ਼ ਡਿਫਰੈਂਸ ਦੇ ਅਕੋਰਡਿੰਗ ਜਿਹੜੀਆਂ ਕੰਡੀਸ਼ਨਸ ਆਪਾਂ ਜਿਹੜੀਆਂ ਆਪਾਂ ਡਰਾਈਵ ਕਰਨੀਆਂ ਨੇ। ਨਾਓ ਸਭ ਤੋਂ ਪਹਿਲਾਂ ਕੰਸਟਰਕਟਿਵ ਇੰਟਰਫੇਰੈਂਸ, ਪਹਿਲਾਂ ਇਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਕੰਸਟਰਕਟਿਵ ਇੰਟਰਫੇਰੈਂਸ ਕਦੋਂ ਹੁੰਦੀ ਹੈ, ਠੀਕ ਹੈ। ਤੇ ਪਹਿਲੀ ਕੰਡੀਸ਼ਨ ਇਨ ਟਰਮ ਆਫ, ਹਾਂਜੀ ਅਸੀਂ ਪਹਿਲਾਂ ਗੱਲ ਕਰਾਂਗੇ ਫੇਜ਼ ਡਿਫਰੈਂਸ ਦੇ ਅਕੋਰਡਿੰਗ। ਕੰਡੀਸ਼ਨ ਡਰਾਈਵ ਹੋਏਗੀ ਕੰਸਟਰਕਟਿਵ ਦੀ ਤੇ ਫੇਜ਼ ਡਿਫਰੈਂਸ ਦੇ ਰੂਪ ਦੇ ਵਿੱਚ। ਨਾਓ ਵਰਡ ਲਗਾ ਹੈ ਕੰਸਟਰਕਟਿਵ, ਸੋਚੋ ਕੰਸਟਰਕਟਿਵ ਇੰਟਰਫੇਰੈਂਸ ਹੈ, ਇਹਦਾ ਮਤਲਬ ਹੈ ਕਿ ਸਾਡੀ ਜਿਹੜੀ ਲਾਈਟ ਦੀ ਇੰਟੈਂਸਿਟੀ ਹੋਏਗੀ ਆਫਟਰ ਇੰਟਰਫੇਰੈਂਸ ਉਹ ਇਨਕਰੀਜ਼ ਹੋ ਜਾਏਗੀ। ਹਾਂਜੀ ਕਲੀਅਰ। ਕੰਸਟਰਕਟਿਵ ਇੰਟਰਫੇਰੈਂਸ ਇਹਦਾ ਮਤਲਬ ਲਾਈਟ ਦੀ ਇੰਟੈਂਸਿਟੀ ਵਿਲ ਇਨਕਰੀਜ਼। ਲਾਈਟ ਦੀ ਇੰਟੈਂਸਿਟੀ ਸਾਡੀ ਇਨਕਰੀਜ਼ ਹੋਣ ਦਾ ਮਤਲਬ ਇਟ ਵਿਲ ਬੀ ਮੈਕਸਿਮਮ। ਜੇ ਕੰਸਟਰਕਟਿਵ ਹੈ ਇਟ ਮੀਨਸ ਰਿਜ਼ਲਟੈਂਟ ਇੰਟੈਂਸਿਟੀ ਆਫ ਲਾਈਟ ਸ਼ੁੱਡ ਬੀ ਮੈਕਸਿਮਮ, ਉਹ ਸਾਡੀ ਜਿਹੜੀ ਹੈ ਮੈਕਸਿਮਮ ਹੋਣੀ ਚਾਹੀਦੀ ਹੈ। ਇਹਦਾ ਜਿਹੜਾ ਆਨਸਰ ਹੈ ਉਹ ਵੱਧ ਤੋਂ ਵੱਧ ਆਉਣਾ ਚਾਹੀਦਾ, ਮੈਕਸਿਮਮ ਵੈਲਿਊ ਆਣੀ ਚਾਹੀਦੀ ਹੈ। ਕੰਸਟਰਕਟਿਵ ਇੰਟਰਫੇਰੈਂਸ ਹੋ ਰਹੀ ਹੈ। I1 ਪਹਿਲੀ ਲਾਈਟ ਦੀ ਇੰਟੈਂਸਿਟੀ ਇਹ ਤੇ ਫਿਕਸ ਹੈ, I2 ਦੂਸਰੀ ਲਾਈਟ ਦੀ ਇੰਟੈਂਸਿਟੀ ਇਹ ਵੀ ਸਾਡੀ ਜਿਹੜੀ ਹੈ ਉਹ ਫਿਕਸ ਹੋਏਗੀ। 2 ਕਾਂਸਟੈਂਟ, ਆ ਪਹਿਲੀ ਦੀ ਇੰਟੈਂਸਿਟੀ ਹੈ ਦੂਸਰੇ ਦੀ ਇੰਟੈਂਸਿਟੀ, ਇਹ ਤੇ ਸਾਰੀ ਚੀਜ਼ ਕਾਂਸਟੈਂਟ ਹੋ ਗਈ। ਇਹਦਾ ਮਤਲਬ ਇੰਟੈਂਸਿਟੀ ਮੈਕਸਿਮਮ ਉਦੋਂ ਹੋਏਗੀ ਜਦੋਂ ਸਾਡਾ ਜਿਹੜਾ cos phi ਲੱਗਾ ਨਾਲ ਇਟ ਇਜ਼ ਮੈਕਸਿਮਮ। ਇਹਦਾ ਮਤਲਬ ਲਾਈਟ ਦੀ ਇੰਟੈਂਸਿਟੀ cos phi ਦੇ ਅਕੋਰਡਿੰਗ ਚੱਲੇਗੀ। ਜੇ cos phi ਮੈਕਸਿਮਮ ਹੋਏਗਾ ਫਿਰ ਸਾਡੀ ਲਾਈਟ ਦੀ ਇੰਟੈਂਸਿਟੀ ਜਿਹੜੀ ਹੈ ਉਹ ਮੈਕਸਿਮਮ ਹੋਏਗੀ। ਇਟ ਮੀਨਸ ਜੇ ਕੰਸਟਰਕਟਿਵ ਇੰਟਰਫੇਰੈਂਸ ਹੈ ਤੇ IR should be maximum। IR ਮੈਕਸਿਮਮ ਤਾਂ ਹੋਏਗਾ, IR will be maximum if cos phi equal to 1। IR ਮੈਕਸਿਮਮ ਤਾਂ ਹੋਏਗਾ ਜੇਕਰ cos phi ਮੈਕਸਿਮਮ ਹੋਵੇ ਤੇ ਮੈਕਸਿਮਮ ਵੈਲਿਊ ਸਾਡੀ ਜਿਹੜੀ cos ਦੀ ਕਿੰਨੀ ਹੁੰਦੀ ਹੈ 1, sin ਦੀ ਵੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਹੈ 1। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤੁਸੀਂ ਮੈਥਮੈਟਿਕਸ ਦੇ ਜਿਹੜੇ ਸਟੂਡੈਂਟਸ ਜੇ, ਠੀਕ ਹੈ। ਜੇ ਕੋਈ ਮੈਡੀਕਲ ਵਾਲਾ ਹੈ ਉਹ ਯਾਦ ਰੱਖੇ cos ਦੀ ਮੈਕਸਿਮਮ ਵੈਲਿਊ ਹੁੰਦੀ ਹੈ 1। ਇਟ ਮੀਨਸ IR ਪਹਿਲਾਂ ਮੈਕਸਿਮਮ ਚਾਹੀਦਾ ਹੈ, ਪਰ IR ਮੈਕਸਿਮਮ ਤਾਂ ਹੋਏਗਾ ਜੇਕਰ cos phi ਸਾਡੇ ਕੋਲ ਕਿੰਨਾ ਹੋਏਗਾ
1 ਹੋਏਗਾ। ਨਾਓ ਹੁਣ ਦੱਸੋ cos phi 1 ਕਦੋਂ ਹੁੰਦਾ ਹੈ? cos ਦੀ ਵੈਲਿਊ 1 ਕਦੋਂ ਹੁੰਦੀ ਹੈ? 10th ਕਲਾਸ ਦੇ ਵਿੱਚ ਵੀ +1 ਦੇ ਵਿੱਚ ਵੀ ਅਸੀਂ ਟ੍ਰਿਗਨੋਮੈਟਰੀ ਪੜ੍ਹੀ ਹੈ। cos ਦੀ ਵੈਲਿਊ 1 ਕਦੋਂ ਹੁੰਦੀ ਹੈ? ਜਦੋਂ ਸਾਡੇ ਕੋਲ ਹੋਵੇ 0। cos 0 ਜਿਹੜਾ ਹੈ ਸਾਡੇ ਕੋਲ 1 ਦੇ ਇਕੁਅਲ ਹੁੰਦਾ ਹੈ। ਔਰ cos ਦੀ ਵੈਲਿਊ ਜਿਹੜੀ 1 ਕਦੋਂ ਹੁੰਦੀ ਹੈ? ਜਦੋਂ ਸਾਡੇ ਕੋਲ ਹੋਵੇ 2π। 2π cos 2π ਮੀਨਸ cos 360 ਡਿਗਰੀ, ਉਹ ਵੀ ਸਾਡੇ ਕੋਲ ਕਿੰਨਾ ਹੁੰਦਾ ਹੈ? 1। ਹੋਰ ਕਦੋਂ ਹੁੰਦੀ ਹੈ? ਸਾਡੇ ਕੋਲ ਆਏਗੀ 4π ਦੇ ਉੱਤੇ ਵੀ ਵੈਲਿਊ ਸਾਡੀ ਜਿਹੜੀ ਹੈ ਉਹ ਮੈਕਸਿਮਮ ਹੁੰਦੀ ਹੈ 1। ਇਹ ਸਾਰੀ ਵੈਲਿਊਜ਼ ਮੈਂ ਉਹ ਲਿਖੀਆਂ ਜਿਨ੍ਹਾਂ ਵਾਸਤੇ cos 1 ਹੁੰਦਾ ਹੈ। cos 0 1, cos 2π ਵੀ 1, cos 4π ਵੀ 1। ਇਸ ਤੋਂ ਅੱਗੇ ਕਿਹੜਾ ਆਏਗਾ? ਦੇਖੋ 2 4 ਈਵਨ ਨੰਬਰ ਲੱਗ ਰਿਹਾ, ਇਸ ਤੋਂ ਅੱਗੇ cos 6π ਹੋ ਸਕਦਾ ਹੈ। ਇਟ ਮੀਨਸ ਦਿਸ ਇੰਪਲਾਈ phi ਕਿੰਨਾ ਇਕੁਅਲ ਹੋਏਗਾ? cos ਨੂੰ ਛੱਡ ਦੋ ਤੇ ਸਾਡੇ ਕੋਲ phi ਆਏਗਾ 0, ਜਾਂ ਆਏਗਾ 2π, ਜਾਂ ਆਏਗਾ 4π, ਜਾਂ ਆਏਗਾ 6π and so on. It means ਕੰਸਟਰਕਟਿਵ ਇੰਟਰਫੇਰੈਂਸ ਵਾਸਤੇ ਇੰਟੈਂਸਿਟੀ ਮੈਕਸਿਮਮ ਹੁੰਦੀ ਹੈ। ਇੰਟੈਂਸਿਟੀ ਮੈਕਸਿਮਮ ਤਾਂ ਆਏਗੀ ਜੇਕਰ ਅਸੀਂ phi ਨੂੰ ਜਾਂ ਤੇ 0 ਡਿਗਰੀ ਆਪਾਂ ਭਰਾਂਗੇ 0, ਜਾਂ 2π ਜਾਂ 4π, ਇਹਦੇ ਵਿੱਚੋਂ ਕੋਈ ਵੀ ਵੈਲਿਊ ਆ ਗਈ ਤੇ ਸਾਡੀ ਜਿਹੜੀ ਹੈ ਇੰਟਰਫੇਰੈਂਸ ਜਿਹੜੀ ਹੈ ਉਹ ਸਾਡੇ ਕੋਲ ਕੰਸਟਰਕਟਿਵ ਹੋਏਗੀ। ਹੁਣ ਇੰਨੀਆਂ ਵੈਲਿਊਜ਼ ਨੂੰ ਯਾਦ ਰੱਖਣ ਦਾ ਇੱਕ ਸੌਖਾ ਜਿਹਾ ਤਰੀਕਾ ਮੈਂ ਇੱਥੇ ਲਿਖ ਦਿੰਦਾ, ਦੇਖੋ ਧਿਆਨ ਨਾਲ। phi equal to 2nπ। ਅਸੀਂ ਇਹ ਸਾਰੇ ਨੂੰ ਸ਼ਾਰਟਕਟ ਚ ਲਿਖਤਾ 2nπ, ਵੇਅਰ ਸਾਡਾ ਜਿਹੜਾ n ਹੈ 0 1 2 3 so on। n ਜਿਹੜਾ ਮੈਂ ਲਗਾਇਆ ਵਿੱਚ ਇੰਟੀਜਰ, ਉਹਦੀ ਵੈਲਿਊ 0 ਤੋਂ ਸਟਾਰਟ ਹੋਏਗੀ। ਪਹਿਲਾਂ 0 ਭਰੋ, ਜਦੋਂ ਇੱਥੇ 0 ਭਰੋਗੇ ਤਾਂ ਸਾਰਾ ਹੀ 0 ਹੋ ਗਿਆ, ਸਾਡੀ ਆ ਵੈਲਿਊ ਆ ਗਈ। ਜਦੋਂ ਅਸੀਂ 1 ਭਰਾਂਗੇ ਤੇ 2 into 1 2 2π, ਸਾਡੀ ਆ ਵੈਲਿਊ ਆ ਜਾਏਗੀ। ਜੇ ਅਸੀਂ n ਦੀ ਵੈਲਿਊ 2 ਭਰਾਂਗੇ 2 2 ਦਾ 4π, ਸਾਡੀ ਆ ਜਾਏਗੀ। ਇਸ ਤਰ੍ਹਾਂ 6π, 3 ਭਰ ਕੇ 6 ਆਏਗੀ, 4 ਭਰ ਕੇ 8। ਐਂਡ ਦਿਸ ਇਜ਼ ਦਾ ਜਨਰਲ ਫਾਰਮੂਲਾ। ਇਹ ਜੇ ਸਾਡਾ ਫਾਰਮੂਲਾ ਜਿਹਦੇ ਵਾਸਤੇ ਸਾਡੀ ਜਿਹੜੀ ਹੈ ਇੰਟਰਫੇਰੈਂਸ ਜਿਹੜੀ ਹੈ ਉਹ ਕੰਸਟਰਕਟਿਵ ਹੋਏਗੀ। ਕਿਹੜਾ ਐਂਗਲ? ਫੇਸ ਐਂਗਲ ਕਿੰਨੇ ਤੇ? 2nπ। 2nπ ਵਾਸਤੇ ਸਾਡੇ ਕੋਲ ਕੰਸਟਰਕਟਿਵ ਇੰਟਰਫੇਰੈਂਸ ਜਿਹੜੀਆਂ ਨੇ ਉਹ ਆਣਗੀਆਂ। ਤੇ ਆਓ ਇਸ ਨੂੰ ਜਿਹੜਾ ਇੱਕ ਵੇਵ ਦੇ ਰੂਪ ਚ ਵੀ ਆਪਾਂ ਡਿਸਕਸ ਕਰਦੇ ਹਾਂ। ਆ ਦੇਖੋ ਕਿਹੜੇ ਕਿਹੜੇ ਐਂਗਲ ਸੀ? 0, ਇੱਕ 2π, ਇੱਕ 4π। ਲਓ ਜੀ ਆ ਦੇਖੋ, ਇਹ ਸਾਡੀ ਪਹਿਲੀ ਵੇਵ ਹੈ। ਇੱਥੇ ਕਿੰਨਾ ਹੁੰਦਾ ਹੈ? 2π, ਇੱਥੇ 0 ਹੈ, ਇੱਥੇ 2π। ਪਹਿਲੀ ਵੇਵ ਇਹ ਫਸਟ ਵੇਵ ਹੈ। ਪਹਿਲੀ ਵੇਵ ਨੇ 2π ਕਵਰ ਕਰ ਲਿਆ ਕਿਉਂਕਿ ਫੇਸ ਡਿਫਰੈਂਸ ਹੈ। ਫੇਸ ਡਿਫਰੈਂਸ phi ਦਾ ਮਤਲਬ ਕਾਂਸਟੈਂਟ ਫੇਸ ਡਿਫਰੈਂਸ ਬਿਟਵੀਨ ਟੂ ਵੇਵਸ। ਦੋ ਵੇਵ ਦੇ ਵਿੱਚ ਕਿੰਨਾ ਡਿਫਰੈਂਸ ਹੋਵੇ? 0। ਕਹਿਣ ਦਾ ਮਤਲਬ ਆ ਸਾਡੀ ਫਸਟ ਵੇਵ, ਆ ਸਾਡੀ ਜਿਹੜੀ ਹੈ ਉਹ ਸੈਕੰਡ ਵੇਵ। ਇਹਨਾਂ ਵਿੱਚ ਫੇਸ ਡਿਫਰੈਂਸ ਸਟਾਰਟਿੰਗ ਤੇ ਕਿੰਨਾ ਹੈ? 0। ਠੀਕ ਹੈ। ਜੇ ਫੇਸ ਡਿਫਰੈਂਸ 0 ਹੈ ਇਹਦਾ ਮਤਲਬ ਹੈ ਕਿ ਇਹ ਇਕੱਠੀਆਂ ਚੱਲਣਗੀਆਂ, ਬਿਲਕੁਲ ਇਕੱਠੀਆਂ ਜਾਣਗੀਆਂ ਕਿਉਂਕਿ ਇਹਨਾਂ ਵਿੱਚ ਡਿਫਰੈਂਸ ਹੀ ਕੋਈ ਨਹੀਂ ਹੈ। ਦੇ ਵਿਲ ਮੂਵ ਸਾਈਮਲਟੇਨੀਅਸਲੀ। ਇਹਦਾ ਮਤਲਬ ਇਕੱਠੇ ਇਹਨਾਂ ਦੇ ਕਰਸਟ ਚੱਲਣਗੇ ਤੇ ਇਕੱਠੇ ਇਹਨਾਂ ਦੇ ਜਿਹੜੇ ਹੈ ਟਰਫ ਚੱਲਣਗੇ। ਕਰਸਟ ਨਾਲ ਕਰਸਟ ਤੇ ਟਰਫ ਨਾਲ ਟਰਫ ਆਏਗਾ ਤੇ ਸਾਡੀ ਜਿਹੜੀ ਇੰਟਰਫੇਰੈਂਸ ਹੋਏਗੀ ਉਹ ਆਟੋਮੈਟਿਕਲੀ ਕਿਹੜੀ ਆਏਗੀ? ਉਹ ਕੰਸਟਰਕਟਿਵ ਹੀ ਆਏਗੀ। ਕਿਉਂਕਿ ਕੰਸਟਰਕਟਿਵ ਵਿੱਚ ਕੀ ਹੁੰਦਾ ਹੈ? ਪਿਛਲੇ ਲੈਕਚਰ ਦੇਖੋ, ਕੰਸਟਰਕਟਿਵ ਵਿੱਚ ਕਰਸਟ ਉੱਪਰ ਕਰਸਟ, ਟਰਫ ਦੇ ਨਾਲ ਟਰਫ ਚੱਲਦਾ ਹੈ। ਹਾਂਜੀ ਠੀਕ। ਦੂਜਾ ਆ ਕੇ ਦੇਖੋ 2π ਦਾ। 2π ਦਾ ਮਤਲਬ ਪਹਿਲੀ ਵੇਵ ਨੇ 2π ਕਵਰ ਕਰ ਲਿਆ, ਠੀਕ ਹੈ। ਹੁਣ ਦੂਸਰੀ ਚੱਲਣ ਲੱਗੀ ਹੈ, ਦੋਨਾਂ 'ਚ ਡਿਫਰੈਂਸ ਹੈ। ਹੁਣ ਪਹਿਲੀ ਵੇਵ ਇੱਥੋਂ ਚੱਲੇਗੀ ਤੇ ਦੂਸਰੀ ਵੇਵ ਇੱਥੋਂ ਚੱਲੇਗੀ। ਪਹਿਲੀ ਵੇਵ ਇੱਥੇ ਪਹੁੰਚ ਚੁੱਕੀ ਹੈ ਤੇ ਦੂਸਰੀ ਵੇਵ ਇੱਥੋਂ ਸਟਾਰਟ ਹੋਣ ਲੱਗੀ ਹੈ ਤੇ ਦੋਨਾਂ ਵਿੱਚ ਡਿਫਰੈਂਸ ਕਿੰਨਾ ਹੋ ਗਿਆ? 2π ਦਾ। ਉਹਨੇ ਇੱਥੋਂ ਤੁਰਨਾ ਹੈ, ਉਹਨੇ ਇੱਥੋਂ ਤੁਰਨਾ ਹੈ। ਹੁਣ ਦੱਸੋ
ਜਦੋਂ ਇੱਥੇ 2 ਪਾਈ ਦਾ ਇਹ ਉੱਪਰ ਜਾਏਗੀ ਤੇ ਜਿਹੜੀ ਦੂਸਰੀ ਵੇਵ ਹੈ ਉਹ ਵੀ ਸਾਡੇ ਕੋਲ ਉੱਪਰ ਨੂੰ ਜਾਏਗੀ। ਕਹਿਣ ਦਾ ਮਤਲਬ ਦੋਨਾਂ ਦੇ ਕਰਸਟ ਤੇ ਦੋਨਾਂ ਦੇ ਟਰਫ ਜਿਹੜੇ ਹਮੇਸ਼ਾ ਅੱਗੇ ਜਾਣਗੇ। ਦੋਨਾਂ ਦੇ ਡਿਫਰੈਂਸ ਦੇਖੋ, ਆ ਪਹਿਲੀ ਵੇਵ ਇੱਥੇ ਆ ਗਈ, ਕਿੰਨਾ ਹੋ ਗਿਆ ਐਂਗਲ, ਆ ਕਿੰਨਾ ਐਂਗਲ ਹੋ ਗਿਆ 2 ਪਾਈ ਦਾ। ਆ ਪਹਿਲੀ ਇੱਥੇ ਪਹੁੰਚ ਗਈ, ਹੁਣ ਦੂਸਰੀ ਸਟਾਰਟ ਹੋਣ ਲੱਗੀ ਹੈ, ਦੋਨਾਂ 'ਚ ਡਿਫਰੈਂਸ ਆ ਗਿਆ 2 ਪਾਈ ਦਾ। ਹੁਣ ਜਿਹੜੀ ਸੈਕੰਡ ਹੈ ਉੱਥੋਂ ਚਲੇਗੀ ਉੱਪਰ ਨੂੰ ਤੇ ਦੂਜੀ ਵੀ ਤੇ ਉੱਪਰ ਨੂੰ ਜਾਏਗੀ। ਇਹਦਾ ਮਤਲਬ ਹੈ ਦੋਨਾਂ ਦੇ ਕਰਸਟ ਤੇ ਦੋਨਾਂ ਦੇ ਟਰਫ ਜਿਹੜੇ ਆ ਉਹ ਆਮੋ ਸਾਹਮਣੇ ਹੋਣਗੇ। ਇਹਦੇ ਨਾਲ ਵੀ ਸਾਡੇ ਕੋਲ ਕਿਹੜੀ ਇੰਟਰਫੇਰੈਂਸ ਹੋਏਗੀ, ਕੰਸਟਰਕਟਿਵ ਇੰਟਰਫੇਰੈਂਸ ਹੋਏਗੀ। ਹਾਂਜੀ ਠੀਕ। ਹੁਣ ਇਹਦੇ 'ਚ ਕਿਵੇਂ ਲਗਾਓਗੇ 4 ਪਾਈ ਦਾ। 4 ਪਾਈ ਦਾ ਮਤਲਬ ਹੈ ਪਹਿਲੀ ਵੇਵ ਤੇ ਦੂਸਰੀ ਵੇਵ 'ਚ 4 ਪਾਈ ਦਾ ਫਰਕ ਹੈ। 4 ਪਾਈ ਦਾ ਮਤਲਬ ਇਹ ਹੋ ਗਿਆ 2 ਪਾਈ, ਇੱਕ ਹੋਰ ਅੱਗੇ ਚਲੇ ਗਏ। ਹਾਂਜੀ ਇੱਥੇ ਕਿੰਨਾ ਆ ਗਿਆ ਸਾਡੇ ਕੋਲ 2 ਪਾਈ ਤੇ ਫਿਰ ਟੋਟਲ ਕਿੰਨਾ ਹੋ ਗਿਆ 4 ਪਾਈ। ਪਹਿਲੀ ਵੇਵ ਨੇ 4 ਪਾਈ ਤੱਕ ਕਵਰ ਕਰ ਲਿਆ, ਹੁਣ ਦੂਸਰੀ ਸਟਾਰਟ ਹੋਏਗੀ। ਇਹ ਪਹਿਲੀ ਇਥੋਂ, ਦੂਸਰੀ ਇਥੋਂ। ਆ ਦੇਖੋ ਇਕੱਠੇ ਉਹਨਾਂ ਦੇ ਕਰਸਟ ਤੇ ਇਕੱਠੇ ਇਹਨਾਂ ਦੇ ਕੀ ਚੱਲਣਗੇ, ਟਰਫ ਚੱਲਣਗੇ। ਕਰਸਟ ਨਾਲ ਕਰਸਟ, ਟਰਫ ਨਾਲ ਟਰਫ। ਇਹਦਾ ਮਤਲਬ ਹੈ ਕਿ ਸਾਡੇ ਕੋਲ ਜਿਹੜਾ ਹੈ ਫਿਰ ਦੁਬਾਰਾ ਕੰਸਟਰਕਟਿਵ ਇੰਟਰਫੇਰੈਂਸ ਆਏਗੀ। ਇਟ ਮੀਨਸ ਕੰਸਟਰਕਟਿਵ ਇੰਟਰਫੇਰੈਂਸ ਵਾਸਤੇ ਜਾਂ ਤੇ ਫੇਜ਼ ਡਿਫਰੈਂਸ 0 ਚਾਹੀਦਾ ਹੈ ਤੇ ਜੇ ਫੇਜ਼ ਡਿਫਰੈਂਸ ਹੈ ਡੈਟ ਸ਼ੁੱਡ ਬੀ ਦਾ ਈਵਨ ਇੰਟੈਗਰਲ ਮਲਟੀਪਲ। ਈਵਨ ਇੰਟੈਗਰਲ ਮਲਟੀਪਲ ਆਫ ਪਾਈ ਦਾ ਹੋਣਾ ਚਾਹੀਦਾ। ਈਵਨ ਇੰਟੈਗਰਲ ਮਲਟੀਪਲ ਆਫ ਪਾਈ। ਕਹਿਣ ਦਾ ਮਤਲਬ 2 ਪਾਈ, 4 ਪਾਈ, 6 ਪਾਈ ਐਂਡ ਸੋ ਔਨ। ਇਹ ਤੇ ਹੋ ਗਿਆ ਸਾਡਾ ਫੇਸ ਡਿਫਰੈਂਸ ਦੇ ਰੂਪ ਚ। ਤੇ ਆਓ ਹੁਣ ਅਸੀਂ ਕੰਡੀਸ਼ਨ ਦੁਬਾਰਾ ਬਣਾਉਣ ਲੱਗੇ ਜੇ। ਉਹ ਹੁਣ ਸਾਡੀ ਕਿਸ ਰੂਪ ਚ ਆਏਗੀ, ਇਨ ਟਰਮ ਆਫ, ਹੁਣ ਸਾਡੇ ਕੋਲ ਆਉਣ ਲੱਗਾ ਜੇ ਪਾਥ ਡਿਫਰੈਂਸ ਦੇ ਰੂਪ ਦੇ ਵਿੱਚ ਅਸੀਂ ਕੰਡੀਸ਼ਨ ਤਿਆਰ ਕਰਨੀ ਜੇ। ਆ ਜੇ ਸਾਡਾ ਪਾਥ ਡਿਫਰੈਂਸ ਵਾਲਾ ਫਾਰਮੂਲਾ। ਨਾਓ ਪਾਥ ਡਿਫਰੈਂਸ ਦਾ ਫਾਰਮੂਲਾ ਕੀ ਹੁੰਦਾ ਹੈ, ਲੈਮਡਾ ਓਵਰ 2 ਪਾਈ ਮਲਟੀਪਲਾਈ ਬਾਈ 5 ਤੇ ਆ 5 ਦੀ ਵੈਲਿਊ ਤੁਸੀਂ ਇੱਥੇ ਪੁੱਟ ਕਰ ਦੋ। ਇੱਥੇ ਲਿਖਾਂਗੇ ਪੁੱਟ 5 ਇਕੁਅਲ ਟੂ 2n ਪਾਈ। ਜਿਹੜੀ ਆ ਕੰਡੀਸ਼ਨ ਫੇਸ ਡਿਫਰੈਂਸ ਵਾਲੀ ਇੱਥੇ ਲਗਾ ਦੋ ਤੇ ਸਾਡੇ ਕੋਲ ਕੀ ਆਏਗਾ, x will be equal to lambda, ਹਾਂਜੀ lambda divided by 2 pi multiply by 2n pi। ਇਹ ਆ ਗਿਆ 2 ਨਾ 2 pi ਨਾ 2 pi ਸਾਡੇ ਕੋਲ ਹੋ ਗਿਆ ਕੈਂਸਲ। ਸਾਡੇ ਕੋਲ ਕੀ ਬਚ ਗਿਆ, it will be just equal to n lambda। ਇਹਨੂੰ ਮੈਂ ਇੱਥੇ ਲਿਖ ਦੇਣਾ x ਦੀ ਵੈਲਿਊ ਆ ਗਈ ਜੇ ਸਾਡੇ ਕੋਲ n lambda। ਇਹ ਜੇ ਸਾਡੀ ਕੰਡੀਸ਼ਨ ਪਾਥ ਡਿਫਰੈਂਸ ਦੀ। ਤੇ n ਕਿੰਨਾ ਹੁੰਦਾ ਹੈ, n ਮੈਂ ਪਹਿਲਾਂ ਵੀ ਦੱਸਿਆ n ਦੀ ਵੈਲਿਊ ਜਿਹੜੀ ਹੈ ਇਟ ਇਜ਼ 0 1 2 3 ਸੋ ਔਨ। ਇਹ ਜੇ ਫਾਰਮੂਲਾ ਡਰਾਈਵ ਕਰਨਾ, ਇਹ ਫਾਰਮੂਲਾ ਤੁਹਾਨੂੰ ਮੈਂ ਪਿਛਲੇ ਆਰਟੀਕਲ 'ਚ ਆਪਣੇ ਪਿਛਲੇ ਲੈਕਚਰ 'ਚ ਸਮਝਾਇਆ। ਬਸ ਇਹਦੇ ਵਿੱਚ ਅਸੀਂ ਫੇਜ਼ ਡਿਫਰੈਂਸ ਦੀ ਵੈਲਿਊ ਪੁੱਟ ਕਰ ਦੋ ਤੇ ਸਾਡੀ ਜਿਹੜੀ ਹੈ ਉਹ ਪਾਥ ਡਿਫਰੈਂਸ ਵਾਲੀ ਜਿਹੜੀ ਹੈ ਉਹ ਕੰਡੀਸ਼ਨ ਬਣ ਜਾਏਗੀ। ਤੇ ਪਾਥ ਡਿਫਰੈਂਸ ਕਿੰਨਾ, n ਲੈਮਡਾ। n 0 ਪਰ ਹੋ ਗਏ ਤੇ 0 ਹੋ ਗਿਆ। ਕਹਿਣ ਦਾ ਮਤਲਬ ਕੋਈ ਡਿਫਰੈਂਸ ਨਾ ਹੋਵੇ। ਕੋਈ ਡਿਫਰੈਂਸ ਦਾ ਮਤਲਬ ਇਕੱਠੇ ਤੁਰਨਗੇ, ਕੋਈ ਡਿਫਰੈਂਸ ਨਹੀਂ ਹੈ। ਦੋਨਾਂ ਵੇਵ 'ਚ ਕੋਈ ਡਿਫਰੈਂਸ ਹੀ ਨਹੀਂ ਹੈ। ਇਟ ਮੀਨ ਕਰਸਟ ਨਾਲ ਕਰਸਟ, ਟਰਫ ਨਾਲ ਟਰਫ ਚੱਲੇਗਾ। ਦੂਜਾ 1 ਪਰ ਹੋ ਇੱਥੇ, ਜੇ 1 ਪਰ ਹੋਗੇ ਤੇ ਕੀ ਆਏਗਾ 1 ਲੈਮਡਾ। 1 ਲੈਮਡਾ ਮੀਨਸ ਲੈਮਡਾ ਪੂਰੀ ਇੱਕ ਵੇਵ ਲੈਂਥ ਦਾ। ਪੂਰੀ ਇੱਕ ਵੇਵ ਲੈਂਥ ਦਾ ਮਤਲਬ ਲਓ ਜੀ ਇੱਕ ਵੇਵ ਪੂਰੀ ਹੋ ਗਈ, ਇੱਥੋਂ ਚੱਲੀ ਇੱਕ ਵੇਵ ਪੂਰੀ ਹੋ ਗਈ। ਹੁਣ ਇਹਨੇ ਅੱਗੋਂ ਚੱਲਣਾ ਹੈ, ਉਹਨੇ ਪਿੱਛੇ ਚੱਲਣਾ ਹੈ। ਫਿਰ ਵੀ ਤੁਹਾਡਾ ਕਰਸਟ ਨਾਲ ਕਰਸਟ ਤੇ ਟਰਫ ਨਾਲ ਟਰਫ ਚੱਲਣਗੇ। ਇਹ ਜੇ ਦੋ ਕੰਡੀਸ਼ਨਾਂ ਸਾਡੀਆਂ ਕੰਸਟਰਕਟਿਵ ਇੰਟਰਫੇਰੈਂਸ ਦੀਆਂ। ਤੇ ਕੰਸਟਰਕਟਿਵ ਇੰਟਰਫੇਰੈਂਸ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਲਾਈਟ ਦੀ ਇੰਟੈਂਸਿਟੀ ਜਿਹੜੀ ਹੈ ਉਹ ਮੈਕਸਿਮਮ ਹੋ ਜਾਂਦੀ ਹੈ। ਤੇ ਹੁਣ ਕੰਡੀਸ਼ਨ ਬਣਾਉਣ ਲੱਗਾ ਹੈ ਡਿਸਟਰਕਟਿਵ ਇੰਟਰਫੇਰੈਂਸ ਦੀਆਂ। ਹਾਂਜੀ ਆਪਣੇ ਆਪ ਸੋਚੋ ਕਿ ਡਿਸਟਰਕਟਿਵ ਇੰਟਰਫੇਰੈਂਸ ਦੇ ਵਿੱਚ ਕੀ ਹੋਏਗਾ। ਪਹਿਲਾਂ ਬਣਾਵਾਂਗੇ ਆਪਣਾ ਫੇਜ਼ ਡਿਫਰੈਂਸ ਦੇ ਵਿੱਚ। ਹਾਂਜੀ ਪਹਿਲਾਂ ਦੱਸੋ ਡਿਸਟਰਕਟਿਵ ਇੰਟਰਫੇਰੈਂਸ ਦੇ ਵਿੱਚ ਕੀ ਹੁੰਦਾ ਹੈ। ਡਿਸਟਰਕਟਿਵ ਇੰਟਰਫੇਰੈਂਸ ਦੇ ਵਿੱਚ ਲਾਈਟ ਦੀ ਇੰਟੈਂਸਿਟੀ ਜਿਹੜੀ ਹੈ ਉਹ ਡਿਕਰੀਜ਼ ਹੋ ਜਾਂਦੀ ਹੈ, ਮਿਨੀਮਮ ਹੋ ਜਾਂਦੀ ਹੈ। ਹੁਣ ਦੱਸੋ ਇਨ ਡਿਸਟਰਕਟਿਵ ਇੰਟਰਫੇਰੈਂਸ ਇੱਥੇ ਲਿਖਾਂਗੇ IR
शुड बी, हाँ जी अपने आप बोलो भी, मिनिमम। इंटेंसिटी मिनिमम होनी चाहिए है। मिनिमम ਤਾਂ ਹੋਏਗੀ इफ, कदों मिनिमम होएगी, जेकर साडा जिहड़ा है cos फाई दी वैल्यू -1 होएगी। आई आर मिनिमम ਤਾਂ होएगा जे ए मिनिमम होएगा, ਤੇ ਇਹਦੀ ਮਿਨੀਮਮ ਵੈਲਿਊ ਸਾਡੀ ਜਿਹੜੀ ਕਿੰਨੀ ਹੁੰਦੀ ਹੈ -1, ਮੈਕਸਿਮਮ 1, ਮਿਨੀਮਮ -1, ਇਹ ਸਾਡੀ ਜਿਹੜੀ ਹੈ ਉਹ ਵੈਲਿਊ ਆ ਗਈ। ਤੇ -1 ਕਦੋਂ ਹੁੰਦਾ ਹੈ, ਹਾਂਜੀ ਦੱਸੋ, ਕਦੋਂ ਵੈਲਿਊ ਜਿਹੜੀ ਹੈ ਸਾਡੀ ਮਾਈਨਸ ਚ ਆਉਂਦੀ ਹੈ? ਇੱਕ ਆਂਦੀ ਜੇ cos ਪਾਈ ਦੇ ਵਿੱਚ, cos ਪਾਈ, cos 180 ਡਿਗਰੀ, ਇਟ ਇਜ਼ -1, ਠੀਕ ਹੈ। ਤੇ cos 3 ਪਾਈ ਦੇ ਵਿੱਚ ਵੀ ਸਾਡੇ ਕੋਲ ਜਿਹੜੀ ਹੈ ਉਹ ਵੈਲਿਊ ਆਂਦੀ ਹੈ ਸਾਡੇ ਕੋਲ -1 ਹੀ ਆਂਦੀ ਹੈ। ਸਿਮਿਲਰਲੀ ਸਾਡੇ ਕੋਲ ਆਏਗਾ cos 5 ਪਾਈ ਐਂਡ ਸੋ ਔਨ। ਪਾਈ 3 ਪਾਈ 5 ਪਾਈ ਇਹ ਕਿਹੜੇ ਆ ਗਏ? ਔਡ ਮਲਟੀਪਲ ਆਫ ਪਾਈ। ਪਹਿਲਾਂ ਕਿਹੜੇ ਆਏ ਸੀ? ਈਵਨ। ਹੁਣ ਸਾਡੇ ਕੋਲ ਆ ਗਏ ਔਡ ਇੰਟੈਗਰਲ ਮਲਟੀਪਲ ਆਫ ਸਾਡੇ ਕੋਲ ਪਾਈ ਆ ਗਏ। ਇਹਨੂੰ ਅਸੀਂ 5 ਦੀ ਵੈਲਿਊ ਸਾਡੇ ਕੋਲ ਆ ਗਈ ਪਾਈ, ਦੂਸਰੀ ਆ ਗਈ 3 ਪਾਈ, ਉਸ ਤੋਂ ਬਾਅਦ ਸਾਡੇ ਕੋਲ ਕਿਹੜੀ ਆ ਚੁੱਕੀ ਹੈ 5 ਪਾਈ। ਤੇ ਇਹਨੂੰ ਅਸੀਂ ਜਨਰਲ ਤੌਰ ਤੇ, ਹਾਂਜੀ ਅਸੀਂ ਕਿਵੇਂ ਲਿਖਾਂਗੇ? ਜਨਰਲ ਫਾਰਮੂਲਾ ਬਣਾਉਣਾ ਹੋਵੇ ਅਸੀਂ ਕੀ ਕਰਦੇ ਹਾਂ 2n, ਹਾਂਜੀ 2n + 1 ਤੇ ਬਾਹਰ ਅਸੀਂ ਪਾ ਦਿੱਤਾ ਇਹਦੇ ਨਾਲ ਪਾਈ ਪਾ ਦਿੰਦੇ ਹਾਂ 2n + 1 ਪਾਈ। ਤੇ n ਦੀ ਵੈਲਿਊ ਜਿਹੜੀ ਹੈ 0 1 2 ਐਂਡ ਸੋ ਔਨ। ਆ ਦੇਖੋ ਜੇ n ਦੀ ਵੈਲਿਊ 0 ਭਰੋਗੇ, ਆ 0 ਹੋ ਗਿਆ, ਕੱਲਾ ਰਹਿ ਗਿਆ 1 ਪਾਈ, ਇਹ ਵੈਲਿਊ ਆ ਜਾਏਗੀ। ਜੇ n ਦੀ ਵੈਲਿਊ 1 ਭਰੋਗੇ ਤੇ 2 + 1 3 ਪਾਈ, 2 ਭਰੋਗੇ 2 to the 4 + 1 ਸਾਡੇ ਕੋਲ 5 ਪਾਈ ਆ ਗਿਆ। ਇਹ ਸਾਡਾ ਜਿਹੜਾ ਹੈ ਜਨਰਲ ਫਾਰਮੂਲਾ ਜੇ ਇਨ ਟਰਮ ਆਫ ਫੇਜ਼ ਡਿਫਰੈਂਸ। ਆ ਜੇ ਕੰਡੀਸ਼ਨ ਕਾਦੀ? ਫੇਜ਼ ਡਿਫਰੈਂਸ ਦੀ। ਕਾਦੇ ਵਾਸਤੇ? ਡਿਸਟਰਕਟਿਵ ਇੰਟਰਫੇਰੈਂਸ ਦੇ ਲਈ, ਹਾਂਜੀ ਠੀਕ ਹੈ। ਸਿਮਿਲਰਲੀ ਇਹਦੀ ਕੰਡੀਸ਼ਨ ਅਸੀਂ ਜਿਹੜੀ ਹੈ ਆਪਾਂ ਪਾਥ ਡਿਫਰੈਂਸ ਦੇ ਵਿੱਚ ਵੀ ਆਪਾਂ ਬਣਾ ਲਈਏ ਕਿ ਪਾਥ ਡਿਫਰੈਂਸ ਦੇ ਅਕੋਰਡਿੰਗ ਸਾਡੀ ਜਿਹੜੀ ਹੈ ਉਹ ਕੰਡੀਸ਼ਨ ਕੀ ਆਏਗੀ। ਹਾਂਜੀ ਕੀ ਫਾਰਮੂਲਾ ਹੁੰਦਾ ਹੈ ਸਾਡਾ? ਜੇ ਤੁਹਾਨੂੰ ਯਾਦ ਹੈ ਤੁਸੀਂ ਨਾਲ ਨਾਲ ਬੋਲ ਸਕਦੇ ਹੋ ਕਿ ਜਿਹੜਾ ਪਾਥ ਡਿਫਰੈਂਸ ਹੈ ਇਟ ਇਜ਼ ਇਕੁਅਲ ਟੂ ਲੈਮਡਾ ਡਿਵਾਈਡਡ ਬਾਈ 2 ਪਾਈ ਤੇ ਮਲਟੀਪਲਾਈ ਬਾਈ ਕਿੰਨਾ ਹੁੰਦਾ ਸਾਡੇ ਕੋਲ 5 ਹੁੰਦਾ ਹੈ। ਇੱਥੇ ਪਾਥ ਡਿਫਰੈਂਸ ਦੀ ਜਗ੍ਹਾ ਤੇ ਮੈਂ ਡੈਸ਼ ਪਾ ਦਿੰਦਾ ਕਿਉਂਕਿ ਡਿਸਟਰਕਟਿਵ ਇੰਟਰਫੇਰੈਂਸ ਹੈ। ਤੇ ਇੱਥੇ ਵੀ ਜਿਹੜਾ ਹੈ ਅਸੀਂ ਵੈਲਿਊ ਲੱਭਦੇ ਹਾਂ ਕੀ ਆਏਗੀ 5 ਦੀ ਵੈਲਿਊ ਆ ਲਗਾ ਦਿਓ ਇੱਥੇ ਬਸ। ਹਾਂਜੀ 5 ਦੀ ਵੈਲਿਊ ਪੁੱਟ ਕਰ ਦਿਓ। ਹਾਂਜੀ ਜਿਵੇਂ ਪਹਿਲਾਂ ਪੁੱਟ ਕੀਤੀ ਸੀ ਆਪਾਂ 5 ਕਿੰਨਾ ਹੈ 2n + 1 ਤੇ ਬਾਹਰ ਆ ਗਿਆ ਪਾਈ, ਪਾਈ ਨਾ ਪਾਈ ਕੈਂਸਲ ਤੇ ਸਾਡਾ ਜਿਹੜਾ ਹੈ ਪਾਥ ਡਿਫਰੈਂਸ ਕਿੰਨਾ ਆ ਗਿਆ 2n + 1 ਤੇ ਲੈਮਡਾ ਡਿਵਾਈਡਡ ਬਾਈ ਕਿੰਨਾ ਆ ਜਾਏਗਾ ਸਾਡੇ ਕੋਲ 2 ਆ ਜਾਏਗਾ। ਤੇ n ਦੀ ਵੈਲਿਊ ਤੁਹਾਨੂੰ ਪਤਾ ਹੀ ਹੈ, n ਦੀ ਵੈਲਿਊ ਕਿੱਥੋਂ ਲੈਣੀ ਹੈ? n is equal to 0 1 2 3 so on. Now this is the condition for destructive interference in term of path difference. ਇਹ ਸਾਡੀ ਫੇਜ਼ ਡਿਫਰੈਂਸ ਵਾਲੀ ਜਿਹੜੀ ਹੈ ਉਹ ਕੰਡੀਸ਼ਨ ਹੈਗੀ ਹੈ। ਹਾਂਜੀ ਠੀਕ ਹੈ। ਇਹਨਾਂ ਸਾਰੀਆਂ ਕੰਡੀਸ਼ਨਸ ਨੂੰ ਤੁਸੀਂ ਯਾਦ ਰੱਖਣਾ ਹੈ। 4 ਕੰਡੀਸ਼ਨਸ ਹੁੰਦੀਆਂ ਨੇ। ਇੱਕ ਫਾਈ ਕਿਹੜੀ ਆ ਗਈ 2n ਪਾਈ, ਦੂਜੀ x ਹਾਂਜੀ ਕਿਹੜੀ ਆ ਗਈ n ਲੈਮਡਾ। ਆ ਜੇ ਦੋਨੋਂ ਇਕੱਠੀਆਂ ਕੰਸਟਰਕਟਿਵ ਇੰਟਰਫੇਰੈਂਸ ਦੀਆਂ, ਇਹਨੂੰ ਯਾਦ ਰੱਖਣਾ ਹੈ। ਕੰਸਟਰਕਟਿਵ ਇੰਟਰਫੇਰੈਂਸ ਲਿਖੋ। ਇਹ ਪੇਪਰ 'ਚ ਸਿੱਧਾ ਹੀ ਕੁਐਸਚਨ ਆਉਂਦਾ ਬੇਟਾ 2 ਨੰਬਰ ਦਾ। ਕੀ ਕੁਐਸਚਨ ਆਉਂਦਾ ਹੈ? ਰਾਈਟ ਡਾਊਨ। ਰਾਈਟ ਡਾਊਨ ਦਾ ਮਤਲਬ ਸਿਰਫ ਲਿਖਣੀਆਂ ਹੈ, ਡਰਾਈਵ ਨਹੀਂ ਕਰਨੀਆਂ। ਰਾਈਟ ਡਾਊਨ ਦ ਕੰਡੀਸ਼ਨ ਆਫ ਕੰਸਟਰਕਟਿਵ ਇੰਟਰਫੇਰੈਂਸ। ਇੱਕ ਫੇਜ਼ ਵਾਲੀ, ਇੱਕ ਪਾਥ ਵਾਲੀ, ਦੂਜੀ ਕਿਹੜੀ ਹੈ ਇੱਕ ਆ ਜੇ ਇਹ ਤੁਹਾਡੀ ਜਿਹੜੀ ਹੈ ਫੇਜ਼ ਡਿਫਰੈਂਸ ਵਾਲੀ ਤੇ ਇਹ ਸਾਡੀ ਆ ਗਈ ਪਾਥ ਡਿਫਰੈਂਸ ਵਾਲੀ। ਇਹ ਦੋ ਡਿਸਟਰਕਟਿਵ ਦੀਆਂ ਤੇ ਇਹ ਦੋਨੋਂ ਜਿਹੜੀਆਂ ਨੇ ਸਾਡੇ ਕੋਲ ਹੈਗੀਆਂ ਕੰਸਟਰਕਟਿਵ ਇੰਟਰਫੇਰੈਂਸ ਦੇ ਲਈ ਜਿਹੜੀਆਂ ਨੇ ਇਹ ਕੰਡੀਸ਼ਨਸ ਨੇ।
ਅੱਜ ਦਾ ਟੌਪਿਕ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਨੈਕਸਟ ਲੈਕਚਰ ਦੇ ਵਿੱਚ ਇਹਦਾ ਜਿਹੜਾ ਹੈ ਹੋਰ ਇੰਪੋਰਟੈਂਟਸ ਜਿਹੜੇ ਫਾਰਮੂਲੇ ਨੇ ਜਿਹੜੇ ਉਹ ਆਪਾਂ ਡਰਾਈਵ ਕਰਾਂਗੇ। ਥੈਂਕ ਯੂ।